इंडिया ने खत्म कर दिता है। असी सिख जमहूरीयत पसंद है। 1925 ਜਦੋਂ ਸਾਡੀ ਪਾਰਲੀਮੈਂਟ ਬਣੀ ਸੀ 1925 ਚ ਸਾਡੀਆਂ ਬੀਬੀਆਂ ਨੂੰ ਹੱਕ ਮਿਲ ਗਿਆ ਸੀ ਵੋਟ ਪਾਉਣ ਦਾ, ਜਦ ਕਿ ਯੂਰਪ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਦੇ ਵਿੱਚ ਜਿਹੜੀਆਂ ਬੀਬੀਆਂ ਸੀ ਉਹ ਦੁਕਾਨਾਂ ਦੇ ਸ਼ੀਸ਼ੇ ਫੋੜ ਰਹੀਆਂ ਸੀ ਤੇ ਡਾਕਖਾਨਿਆਂ ਦੇ ਵਿੱਚ ਪਟਾਕੇ ਪਾ ਰਹੀਆਂ ਸੀ ਕਿ ਸਾਨੂੰ ਹੱਕ ਨਹੀਂ ਹੈ ਬੀਬੀਆਂ ਨੂੰ ਵੋਟ ਪਾਉਣ ਦਾ। ਇਹ ਏਸ਼ੀਆ ਤੋਂ ਸਭ ਤੋਂ ਪੁਰਾਣੀ ਪਾਰਲੀਮੈਂਟ ਹੈ ਜਿਸ ਨੂੰ ਹਿੰਦੂਤਵਾ ਨੇ ਬਿਲਕੁਲ ਠੱਪ ਕਰ ਦਿੱਤਾ ਹੈਗਾ। ਔਰ 10 ਸਾਲ ਬਾਦਲਾਂ ਦੇ ਹੱਥ ਦੇ ਵਿੱਚ ਸੈਂਟਰ, ਮੋਦੀ, BJP, RSS ਨੇ ਫੜਾਈ ਹੋਈ ਹੈ ਤੇ ਇਹਦੇ ਵਿੱਚ ਨਾ ਤਾਂ ਜ਼ਿੰਮੇਵਾਰੀ ਹੈ ਨਾ ਇਸ ਪਾਰਲੀਮੈਂਟ ਦੀ ਜਵਾਬਦੇਹੀ ਹੈ। ਨੋ ਅਕਾਊਂਟੇਬਿਲਿਟੀ, ਨੋ ਰਿਸਪੌਂਸਿਬਿਲਿਟੀ। ਤੇ ਜਦੋਂ ਅਮਰੀਕਾ ਦਾ ਸਿਵਲ ਵਾਰ ਹੋਇਆ, ਜਦੋਂ ਅੰਗਰੇਜ਼ਾਂ ਨੇ ਉਹ ਕੱਢਿਆ, ਉੱਥੇ ਅਮਰੀਕਨਾਂ ਨੂੰ ਬਰਤਾਨੀਆ ਨੇ ਹੱਕ ਨਹੀਂ ਸੀ ਦਿੱਤਾ ਵੋਟ ਪਾਉਣ ਦਾ ਤੇ ਨਾਅਰਾ ਲੱਗਿਆ ਸੀ no taxation without representation। ਅਮਰੀਕਨ ਨੇ ਕਹਿਤਾ ਕਿ ਅਸੀਂ ਟੈਕਸ ਨਹੀਂ ਦੇਵਾਂਗੇ ਜਿੰਨਾ ਚਿਰ ਸਾਡੀ ਨੁਮਾਇੰਦਗੀ ਨਹੀਂ ਹੋਊਗੀ। ਸੋ ਇਹ ਬਹੁਤ ਵੱਡੀ ਚੀਜ਼ ਹੈ ਜਿਹੜੀ ਸਾਡਾ ਹੱਕ SCPC ਦਾ ਮਾਰਿਆ ਗਿਆ। ਇਹਦੇ ਨਾਲ ਤਾਨਾਸ਼ਾਹੀ ਦੇ ਨਾਲ ਜਥੇਦਾਰ ਅਪੁਆਇੰਟ ਕਰੀ ਜਾਂਦੇ ਹੈ। ਜਥੇਦਾਰ ਸਾਹਿਬ ਜਿਹੜੇ ਅਪੁਆਇੰਟ ਕੀਤੇ ਹੈ ਹਰਪ੍ਰੀਤ ਸਿੰਘ, ਉਹ ਆਪਣੀਆਂ ਡਿਊਟੀਆਂ, ਆਪਣੇ ਫਰਜ਼ ਛੱਡ ਕੇ ਵਿਲਾਇਤ ਚਲੇ ਗਏ ਹੈ, ਜਦ ਕਿ ਬਰਗਾੜੀ ਦਾ ਮੋਰਚਾ ਲੱਗਿਆ ਹੋਇਆ ਜਿੱਥੇ ਮਹਾਰਾਜ ਦੀ ਬੇਅਦਬੀ ਹੋਈ ਹੈ ਤੇ ਬੇਕੋਵਾਲ ਮੋਰਚਾ ਲੱਗਿਆ ਹੋਇਆ ਜਿੱਥੇ 328 ਮਹਾਰਾਜ ਦੇ ਸਰੂਪ SCPC ਨੇ ਗੁੰਮ ਕਰਤੇ ਹੈ। ਫਿਰ ਜੇ ਪਾਰਲੀਮੈਂਟ ਦੀ ਨੁਮਾਇੰਦਗੀ ਨਹੀਂ ਹੈ, ਗੈਰ ਕਾਨੂੰਨੀ, ਗੈਰ ਸੰਵਿਧਾਨਿਕ ਤੌਰ ਤੇ ਨਾਲ ਇਹਦੀ ਬਜਟ ਪਾਸ ਕੀਤੀ ਜਾਂਦੀ ਹੈ। ਬਜਟ ਦੇ ਵਿੱਚ ਕੋਈ ਡਿਬੇਟ ਨਹੀਂ ਹੁੰਦੀ, ਕੋਈ ਕੁਛ ਨਹੀਂ ਹੁੰਦਾ ਹੈਗਾ। ਹੱਥ ਖੜੇ ਕਰਕੇ ਡਿਬੇਟ ਕਰ ਦਿੰਦੇ ਆ, ਗੱਲ ਕਰ ਦਿੰਦੇ ਆ ਤੇ ਬਜਟ ਪਾਸ। ਫਿਰ ਨੌਕਰੀਆਂ ਦਿੱਤੀਆਂ ਜਾਂਦੀਆਂ ਬਾਦਲ ਸਾਹਿਬ ਦੇ ਕਹਿਣ ਦੇ ਉੱਤੇ ਤੇ ਕੋਈ ਕਾਨੂੰਨ ਨਹੀਂ ਹੈ, ਕੋਈ ਰੂਲ ਨਹੀਂ ਹੈ ਕਿ ਰਿਕਰੂਟਮੈਂਟ ਕਿਵੇਂ ਹੋਣੀ ਹੈ, ਕਿਵੇਂ ਨਹੀਂ ਹੋਣੀ, ਕਿਵੇਂ ਰਾਗੀਆਂ ਨੂੰ, ਢਾਡੀਆਂ ਨੂੰ, ਸਾਰਿਆਂ ਨੂੰ ਉਹਨਾਂ ਨੂੰ ਕੋਈ ਕਾਨੂੰਨ ਦੇ ਮੁਤਾਬਕ ਚਲਾਉਣਾ ਹੈਗਾ। ਫਿਰ ਟਰਸਟ ਬਣਾਤੇ ਹੈ ਜਿਹੜੇ SCPC ਨੂੰ ਜ਼ਿੰਮੇਵਾਰ, ਰਿਸਪੌਂਸਿਬਲ ਨਹੀਂ ਹੈਗੇ। ਉਹ ਬਿਲਕੁਲ ਟੌੜਾ ਸਾਹਿਬ ਤੇ ਬਾਦਲ ਸਾਹਿਬ ਦੇ ਬੰਦੇ ਚਹੇਤੇ ਉਹਨਾਂ ਨੂੰ ਟਰਸਟਾਂ ਦਾ ਮੈਂਬਰ ਬਣਾਤਾ ਹੈ ਤੇ ਉਹ ਮਰਜ਼ੀ ਦੇ ਨਾਲ ਚਲਾਉਂਦੇ ਹੈ। ਹੁਣ ਜਿੰਨੀਆਂ ਵੀ ਗਵਰਨਮੈਂਟ ਆਫ ਇੰਡੀਆ ਦੀਆਂ ਕੰਪਨੀਆਂ ਹੈ, ਅਕਸਰ ਉਹਨਾਂ ਦੀ ਜ਼ਿੰਮੇਵਾਰੀ ਤਾਂ ਪਾਰਲੀਮੈਂਟ ਨੂੰ ਹੁੰਦੀ ਹੈ, ਪਰ ਇਹ ਟਰਸਟ ਦੀ ਜ਼ਿੰਮੇਵਾਰੀ SCPC ਸਾਡੀ ਪਾਰਲੀਮੈਂਟ ਨੂੰ ਨਹੀਂ ਹੈ। ਅੰਨੇ ਧੁੰਦ ਇਹ ਚੀਜ਼ਾਂ ਸਾਰੀਆਂ ਹੋ ਰਹੀਆਂ। ਜਦੋਂ ਕੋਈ SCPC ਦਾ ਮੈਂਬਰ ਪੂਰਾ ਹੋ ਜਾਂਦਾ ਹੈ ਤਾਂ ਉਹਦਾ ਬਾਈ ਇਲੈਕਸ਼ਨ ਨਹੀਂ ਹੁੰਦਾ। ਜਿਵੇਂ ਜੇ MLA ਮਰ ਜੇ ਜਾਂ MP ਮਰ ਜੇ, ਉੱਥੇ ਬਾਈ ਇਲੈਕਸ਼ਨ ਹੁੰਦਾ ਹੈ। ਹੁਣ ਸਾਡੀ ਵੋਟਿੰਗ ਦੀ ਉਮਰ ਹੈਗੀ ਹੈ 18 ਸਾਲ ਦੀ, ਪਰ SCPC ਦਾ ਵੋਟਰ ਸਿਰਫ 21 ਸਾਲ ਦਾ ਹੈਗਾ। ਜਿਹੜਾ ਅਸੀਂ ਸਮਝਦੇ ਹਾਂ ਕਿ ਸਾਡੇ ਨਾਲ ਅਨਿਆਏ ਹੈ, ਬੇਇਨਸਾਫੀ ਹੈ, ਸਾਡੀ ਪਾਰਲੀਮੈਂਟ ਨੂੰ ਇਹ ਅਹਿਮੀਅਤ ਨਹੀਂ ਦੇ ਰਹੀ।
कोई साडी ये इंस्टीट्यूशन है नहीं, साडे स्कूल पिंडां दे विच है नहीं। ईसाइयां दे स्कूल फैल रहे है, ईसाइयां दे कोले साडे बच्चे जांदे है, जद कि SGPC दे कोले बहुत ज़्यादा माया है। साडियां जमीनां गुरुद्वारे दियां वड्डे वड्डे लंगा साहब ने, फिर काणो साहब ने, वड्डे वड्डे बंदियां ने रोकियां हुई हैं। उन्हां दा ठेका पूरा आ नहीं रहा। किसी का 3000 रुपया लेंदे है, जब ठेका पहुँच गया 60-60 हज़ार रुपया। ये सारी ना जी ये मिसमैनेजमेंट ते 328 स्वरूप महाराज दे गुम करते है। जिहड़ी ड्यूटी महाराजा रणजीत सिंह दे पोते गवर्नर निहाल सिंह ने तरनताਰਨ साहब दरबार साहब के सामने बनाई सी, उसनूं SGPC के दस्तखतां हेठ बाबा जगतार सिंह नूं ऑर्डर होया कि इसनूं ढा दे। इत्थे भी जिहड़ियां नवीआं इमारतां निकलीਆਂ उन्हां नूं भी ढाया जा रहा है। साडा सिख कौम का जिन्ना भी विरसा है वो सारा खत्म किया जा रहा है। जे बाबा जगतार सिंह दे कोले सेवा हैगी है डेरा साहब गुरुद्वारे दी लाहौर, जिथे महाराज नूं तत्तियां लोहां ते बिठाया होया सीगा, उत्थे नेड़े जिहड़े सारा पुराना सिलसिला है वो भी बाबा जगतार सिंह ने ढाता है। आ कश्मीरी साहब देख के आए हैं। जे असी सुप्रीम कोर्ट नूं अपील करते हैं कि साडे इलैक्शन नहीं हुंदे, वो हिंदुत्वा दे राज दे विच सरकार नाल मिल के कोई फैसला ही नहीं करते हैगे। ते साडा जिहड़ियां इंस्टीट्यूशनस ने इन्हां दा बहुत भारी नुकसान हो गया है। ते इहदे नाल ही क्यों करके जिहड़े किसान ते खेत मजदूर ने वो भी धार्मिक SGPC दे बंदे है। वो हुण 10 महीने हो गए है, उन्हां दा हिंदुत्वा दी सरकार फैसला ही नहीं करती कि वो जिहड़े 3 कानून है वो वापस लेने है कि नहीं लेने। कॉन्स्टिट्यूशन के मुताबिक जिहड़ा जिमींदारा हैगा एग्रीकल्चर है वो स्टेट लिस्ट के उत्ते हैगा। 3 लिस्ट हैगियां साडी कॉन्स्टिट्यूशन दे विच। एक स्टेट लिस्ट है जिहदे उत्ते कानून सिर्फ स्टेट बना सकती है। एक कॉनकरेंट लिस्ट है जिहदे उत्ते सेंटर भी कानून बना सकता है ते स्टेट भी बना सकती है। ते एक हैगी है यूनियन लिस्ट जिथे सिर्फ गवर्नमेंट ऑफ इंडिया कानून बना सकती है। सानू ये नहीं पता ते ये सानू भी नहीं पता कि सारिया पार्टियां बादल दल, आम आदमी पार्टी, कांग्रेस ते होर रौला पाउंदियां कि जी ये कानून जिहड़े सेंटर ने कीते इन्हां नूं रद्द किया जाए। पर जदों सारियां दी असैंबली हैगी है, जदों सारे आम आदमी पार्टी, बादल दलीए, कांग्रेसीए ते BJP तो सिवाए होर सारे सहमत हैं कि ये कानून अनकॉन्स्टिट्यूशनल है, ये संविधान के मुताबिक नहीं है, तो फिर असैंबली दे विच ये सारे जाने मिल के कैप्टन साहब इन्हां नूं रद्द क्यों नहीं करते हैगे जबकि संविधान के खिलाफ है। कल नूं महाराज साहब पटियाला एक पंजाब का सिख अफसर IAS का हाई कमिश्नर पाकिस्तान का ला देन, फटाफट सेंटर कहूगा ये तो साडा हक है, ये तो यूनियन लिस्ट दे विच हैगा पाकिस्तान का सफीर लाउणा। पंजाब ने अपना सफीर पाकिस्तान दे विच किवें करता जदों अजे तक खालिस्तान तो बने ही नहीं है। ठीक है, ये सारिया चीज़ां जो असी देखते हैं असी बड़े ना खुश हो गए हैं। तो जिन्ने भी जज हैगे है वो भी सिखां के खिलाफ उल्ट फैसले करते हैं। जिवें पहला
ਇਹ ਕੀਤਾ ਸੀਗਾ, ਇਹ ਰਾਜਵੀਰ ਸਿੰਘ ਸ਼ੇਰਾਵਤ ਨੇ, ਉਸ ਨੇ ਬਾਦਲ ਸਾਹਿਬ ਨੂੰ ਬਚਾਤਾ। ਦੂਜੀ ਵਾਰੀ ਹੁਣ ਹਰਬੰਸ ਸਿੰਘ ਸਾਂਗਵਾਨ ਜੱਜ ਸਾਹਿਬ ਨੇ ਕਹਿਤਾ ਕਿ ਤਫਤੀਸ਼ ਹੀ ਨਹੀਂ ਹੋਊਗੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ, ਤੇ ਜਿਹੜੇ ਸਿੱਖ ਮਾਰੇ ਹੈ। ਹੁਣ ਜਿਹੜੀ ਤਫਤੀਸ਼ ਬੰਦ ਕਰਤੀ ਹੈ, ਜੇ ਕੋਈ ਬਹੁਤ ਵੱਡਾ ਜੁਰਮ ਕਰਦਾ ਹੈ, ਕਿਸੇ ਨੂੰ ਜ਼ਬਰ ਦੇ ਨਾਲ ਜਾਨੋਂ ਮਾਰ ਦਿੰਦਾ ਹੈ, ਉਸ ਨੂੰ ਅਦਾਲਤਾਂ ਕਹਿੰਦੀਆਂ ਕਿ ਇਹ ਰੇਅਰੈਸਟ ਆਫ ਰੇਅਰੈਸਟ ਕਤਲ ਹੈ, ਜਿਹਦਾ ਮਤਲਬ ਹੈ ਕਿ ਇਹ ਕਤਲ ਇਹ ਜਾਂ ਤਾਂ ਦੁਰਲਭ ਹੈ ਤੇ ਜਾਂ ਇਹ ਅਮੋਲ ਹੈ, ਅਮੁੱਲ ਹੈ। ਰੇਅਰੈਸਟ ਆਫ ਰੇਅਰੈਸਟ, ਉਸ ਨੂੰ ਫਾਂਸੀ ਹੁੰਦੀ ਹੈ। ਹੁਣ ਗੁਰੂ ਗ੍ਰੰਥ ਸਾਹਿਬ ਸਾਡੇ ਜਿਉਂਦੇ ਜਾਗਦੇ ਗੁਰੂ ਗ੍ਰੰਥ ਸਾਹਿਬ ਹੈਗੇ ਹੈ। ਜੇ ਗੁਰੂ ਗ੍ਰੰਥ ਸਾਹਿਬ ਦਾ ਕਤਲ ਹੋਇਆ ਹੈ ਜਾਂ ਉਸ ਨੂੰ ਉਹਨਾਂ ਦੇ ਅੰਗ ਖਰਾਬ ਕੀਤੇ ਗਏ ਹੈ ਜਾਂ ਕੁਛ ਕੀਤਾ ਹੈਗਾ, ਤਾਂ ਫਿਰ ਇਹ ਅਮੁੱਲ ਕ੍ਰਾਈਮ ਹੈ, ਰੇਅਰੈਸਟ ਆਫ ਰੇਅਰੈਸਟ। ਤੇ ਜੱਜ ਸਾਗਵਾਨ ਸਾਹਿਬ ਨੇ ਇਸ ਦੀ ਤਫਤੀਸ਼ ਹੀ ਖਤਮ ਕਰ ਦਿੱਤੀ ਹੈ। ਮੇਰਾ ਕਹਿਣ ਦਾ ਮਤਲਬ ਹੈ, ਜੇ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਇੰਡੀਆ ਦੇ ਵਿੱਚ ਨਹੀਂ ਮਿਲਦਾ, ਫਿਰ ਅਸੀਂ ਇਨਸਾਫ ਦੇ ਲਈ ਕੀ ਕਰੀਏ? ਇਹ ਸਾਰੀਆਂ ਗੱਲਾਂ ਬਹੁਤ ਗੰਭੀਰ ਹੈਗੀਆਂ ਕਿ ਰੇਅਰੈਸਟ ਆਫ ਰੇਅਰੈਸਟ ਕ੍ਰਾਈਮ ਹੋਇਆ ਹੈ, ਪਰ ਇਹ ਜੱਜ ਸਾਂਗਵਾਨ ਨੇ ਤਫਤੀਸ਼ ਹੀ ਖਤਮ ਕਰਤੀ ਹੈ। ਫਿਰ ਸਾਂਗਵਾਨ ਸਾਹਿਬ ਨੇ ਕਹਿਤਾ ਕਿ ਸਮੇਧ ਸੈਣੀ ਜਿਹੜਾ ਮੁਲਜ਼ਮ ਹੈ, ਜਿਸ ਨੇ ਬਹੁਤ ਜ਼ਿਆਦਾ ਕਤਲ ਕੀਤੇ ਹੈ, ਬਹੁਤ ਬੇਈਮਾਨੀ ਕੀਤੀ ਹੈ, ਕਰਪਸ਼ਨ ਕੀਤੀ ਹੈ, ਉਸ ਨੂੰ ਤੇ ਬਾਕੀ ਬਾਦਲ ਨੂੰ, ਸੁਖਬੀਰ ਨੂੰ ਤੇ ਸੌਦੇ ਸਾਧ ਨੂੰ ਅਰੈਸਟ ਨਹੀਂ ਕੀਤਾ ਜਾਊਗਾ, ਤੇ ਸੈਣੀ ਸਾਹਿਬ ਬਾਹਰ ਦੇ ਮੁਲਕਾਂ ਦਾ ਦੌਰਾ ਕਰ ਸਕਦੇ ਹੈ ਜੇ ਉਹ ਅਦਾਲਤ ਤੋਂ ਇਜਾਜ਼ਤ ਲੈ ਲੈਣ। ਤੇ ਜਦੋਂ ਹਾਈ ਕੋਰਟ ਨੇ ਇਜਾਜ਼ਤ ਦੇਤੀ ਕਿ ਤੁਸੀਂ ਬਾਹਰ ਜਾ ਸਕਦੇ ਹੋ, ਇਹਦਾ ਮਤਲਬ ਹੈ ਕਿ ਹਾਈ ਕੋਰਟ ਦਾ ਜੱਜ ਇੱਕ IPS ਆਫਿਸਰ DGP ਨੂੰ ਫਰਾਰ ਕਰਾ ਰਿਹਾ ਕਿ ਤੇਰੇ ਕੋਲੇ ਪੈਸਾ ਬਹੁਤ ਜ਼ਿਆਦਾ ਹੈ, ਤੇ ਜੇ ਤੂੰ ਬਾਹਰ ਚਲਿਆ ਜਾਵੇਂ ਤਾਂ ਤੂੰ ਫਰਾਰ ਹੋ ਕੇ ਆਪਣੀ ਬਾਕੀ ਦੀ ਜ਼ਿੰਦਗੀ ਬਤੀਤ ਕਰ ਸਕਦਾ ਹੈ। ਕਿਉਂ ਕਰਕੇ ਇੱਥੇ ਇੰਡੀਆ ਦੇ ਵਿੱਚ ਕਾਨੂੰਨ ਦੇ ਮੁਤਾਬਕ ਕੋਈ ਗੁੰਜਾਇਸ਼ ਨਹੀਂ ਹੈ ਕਿ ਤੈਨੂੰ ਫਾਂਸੀ ਦੀ ਸਜ਼ਾ ਨਹੀਂ ਹੋਊਗੀ ਤੇ ਉਮਰ ਕੈਦ ਨਹੀਂ ਹੋਊਗੀ। ਸੋ ਇਹ ਸਾਰੀਆਂ ਚੀਜ਼ਾਂ ਦੇਖਦੇ ਹੋਏ ਅਸੀਂ ਸਮਝਦੇ ਹਾਂ ਕਿ ਸਾਡੀ ਜਿਹੜੀ ਜੁਡੀਸ਼ਰੀ ਹੈ ਇਹ ਕਰਪਟ ਹੋ ਚੁੱਕੀ ਹੈ। ਤੁਸੀਂ ਸਾਡੇ ਗੋਗੋਈ ਸਾਹਿਬ ਚੀਫ ਜਸਟਿਸ ਸੀਗੇ ਸੁਪਰੀਮ ਕੋਰਟ ਦੇ, ਉਹਨਾਂ ਨੂੰ ਪਹਿਲਾਂ ਤਾਂ ਇੱਕ ਜਿਹੜੀ ਬੀਬੀ ਖੂਬਸੂਰਤ ਉਹਨਾਂ ਦੇ ਘਰ ਦੇ ਵਿੱਚ ਕੰਮ ਕਰਦੀ ਸੀ, ਉਹਦੇ ਨਾਲ ਗੋਗੋਈ ਸਾਹਿਬ ਨੇ ਮਾੜਾ ਕੰਮ ਕੀਤਾ। ਜਦੋਂ ਮਾੜਾ ਕੰਮ ਕੀਤਾ, ਉਸ ਨੇ ਪੁਲਿਸ ਨੂੰ ਰਿਪੋਰਟ ਕੀਤੀ। ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਕਮੇਟੀ ਬਣਾਉਂਦੇ ਹਾਂ ਇੱਕ, ਤੇ ਤਫਤੀਸ਼ ਪੁਲਿਸ ਨਹੀਂ ਕਰੂਗੀ, ਇਹ ਕਮੇਟੀ ਦੇ ਵਿੱਚ ਤੇਰੀ ਗੱਲ ਸੁਣੀ ਜਾਊਗੀ। ਹੁਣ ਕਾਨੂੰਨਨ ਤੌਰ ਦੇ ਉੱਤੇ ਤੇ ਸੰਵਿਧਾਨਕ ਤੌਰ ਦੇ ਉੱਤੇ ਤਫਤੀਸ਼ ਸਿਰਫ ਪੁਲਿਸ ਕਰ ਸਕਦੀ ਹੈ, ਜੱਜ ਤਫਤੀਸ਼ ਨਹੀਂ ਕਰ ਸਕਦੇ। ਤਫਤੀਸ਼ ਹੋਈ ਨੂੰ ਜੱਜ ਤੇ ਸੁਪਰੀਮ ਕੋਰਟ ਰੱਦ ਕਰ ਸਕਦੇ ਹੈ, ਪਰ ਉਹ ਤਫਤੀਸ਼ ਨਹੀਂ ਕਰ ਸਕਦੇ। ਫਿਰ ਇਸ ਬੀਬੀ ਨੇ ਕਿਹਾ ਕਿ ਮੇਰਾ ਵਕੀਲ ਆਊਗਾ ਜੇ ਕਮੇਟੀ ਜੱਜਾਂ ਦੀ ਨਹੀਂ ਕਰਨਾ ਹੈਗਾ। ਇਸ ਕਮੇਟੀ ਨੇ ਕਿਹਾ
कि तैनू असी अपना वकील नहीं लियाउण देवांगे, पर आर्टिकल 21 जिहड़ी संविधान दी है वो कहती है कि कोई भी जिहड़ा कोर्ट दे कोले जां इह पुलिस दे कोले पेश होऊगा ਉਹਦਾ हक है कॉन्स्टिट्यूशनल कि वह वकील दे नाल पेश होऊगा। ये कमेटी ने कॉन्स्टिट्यूशनल हक नूं भी खत्म करके वो बीबी नूं कहा कि तेरा वकील नहीं आ सकदा, जिहदे नाल वो बीबी पेश ही नहीं हुई ते उस नूं जज नूं बरी कर दिता गोगोई साहब नूं। फिर जज साहब रिटायर होने वाले सीगे ते फिर बबरी मस्जिद का सवाल सुप्रीम कोर्ट दे विच फैसले नूं आ गया। उत्थे गोगोई साहब तो सरकार ने फैसला करा लिया कि जिहड़ा राम मंदिर है ये असली बबरी मस्जिद दे थल्ले बनिया होया सीगा ते इत्थे राम मंदिर बनना चाहिए। ते गोगोई साहब ते सारी कमेटी ने बेंच ने फैसला करता कि ये राम मंदिर है, जबकि आर्कियोलॉजिकल डिपार्टमेंट जिहड़ी पुरातन बिल्डिंग्स इमारतां की खदोई खोद के सच कढ़दी है, उसने खोद के कहता कि ये थल्ले राम मंदिर है नहीं सीगा। अच्छा, फिर जे राम मंदिर नहीं सी आर्कियोलॉजी डिपार्टमेंट में देता तो गोगोई साहब ने फैसला करता कि जी ये तो राम मंदिर है। ਉਹਦੇ बदले गवर्नमेंट ऑफ इंडिया ने मोदी साहब ने गोगोई साहब ਨੂੰ 6 ਸਾਲਾਂ ਦੇ ਲਈ ਮੈਂਬਰ ਪਾਰਲੀਮੈਂਟ राज्य सभा ਦਾ ਬਣਾਤਾ। ਜਿਹੜਾ ਸੰਵਿਧਾਨ ਹੈ ਸਾਡਾ ਇਹ ਸੈਕੂਲਰ ਹੈ, ਦੇਸ਼ ਧਰਮ ਨਿਰਪੱਖ संविधान है। फिर साडा प्राइम मिनिस्टर साहब मोदी साहब राम मंदिर का नींह पत्थर लगाउण दे लई चले गए। हुण तुसीं दसो कि जदों संविधान नूं ही बदलता है, हिंदू राष्ट्र बनाता है, हिंदुत्व का राज हो गया है, फिर घट गिनतियां कित्थे जाणगियां? ये सब तो वड्डा ये सवाल ये है कि जो जज भी करप्ट हो गए है, सुप्रीम कोर्ट भी करप्ट हो गई है, हाई कोर्ट भी करप्ट हो गई है, कोई भी इंसाफ लैण दे लई कित्थे बंदा जा सकदा? हुण तुसीं कहोगे कि जी तुसीं जज्जां दे खिलाफ सुप्रीम कोर्ट दे खिलाफ करी जांदे हो। मैं तुहानूं दसदा कि जदों किसी ने जुर्म कीता होवे जज ने ਉਹਦੀ हिम्मत नहीं पैंदी कि ਤੁਹਾਨੂੰ बुला ले कि तुसी अदालत की हानि की है, मान हानि की है। कोई भी बंदा जिन्हें यह जुर्म किया होवे ਉਹਦੇ खिलाफ तुसी गल कर लो कि तुसी आ कुछ किया है, वो कंटेम्प्ट कर नहीं सकता है। जे करता भी है तो साडे कोले सारा सबूत है, असी हाजिर भी हो सकते हैं कि सिख कौम के नाल इंडियन स्टेट ते इसकी जुडिशरी साडे नाल बेइंसाफी कर रही है। अज सेंटर की कैबिनेट दे विच कोई सिख मैंबर नहीं हैगा, सुप्रीम कोर्ट दे विच कोई सिख है नहीं गा, जिन्नियां भी हाई कोर्ट्स हैगियां उन्हां दे विच सिख चीफ जस्टिस है नहीं गा। नैशनल ह्यूमन राइट्स कमीशन दे विच कोई भी मैंबर सिख नहीं है। फिर इलैक्शन कमीशन दे विच कोई सिख नहीं हैगा, कोई भी सूबे दे विच सिख गवर्नर नहीं हैगा, यूनियन टैरेटरी या स्टेट दे विच। फिर ऐ है कि 24 तरीक नूं साडे मोदी साहब प्रेजिडेंट अमेरिका नूं मिल रहे है और असी उन्हां नूं एक चिट्ठी भेजी है। मिस्टर मोदी नूं भी चिट्ठी भेजी है कि सानू इंसाफ इत्थे नहीं मिल रहा।
ਤੇ ਸਾਡੀ ਪਾਰਟੀ ਪ੍ਰਦਰਸ਼ਨ ਜਿੱਥੇ ਮੀਟਿੰਗ ਬਲੇਅਰ ਸਾਹਿਬ ਤੇ ਮੋਦੀ ਦੀ ਹੋਊਗੀ ਉੱਥੇ ਪ੍ਰਦਰਸ਼ਨ ਕਰਨਗੇ ਤੇ ਯੂਨਾਈਟਿਡ ਨੇਸ਼ਨਸ ਦੀ ਅਸੈਂਬਲੀ ਜਿੱਥੇ ਮੋਦੀ ਸਾਹਿਬ ਨੇ ਫੇਰ ਜਾਣਾ ਨਿਊਯਾਰਕ ਦੇ ਵਿੱਚ ਉੱਥੇ ਵੀ ਪ੍ਰਦਰਸ਼ਨ ਹੋਊਗਾ। ਆ ਮੈਂ ਤੁਹਾਨੂੰ ਕਾਪੀ ਇਹ ਤਾਂ ਅਸਲੀ ਹੈ ਯਾਰ ਇਹ ਕੀ ਕਰੀ ਜਾਂਦੇ ਹੋ ਆਹ ਤੁਸੀਂ ਲੈ ਲਓ ਜੀ ਸਾਰੀ ਜਿਹੜੀ ਚਿੱਠੀ ਮੈਂ ਮੋਦੀ ਸਾਹਿਬ ਨੂੰ ਲਿਖੀ ਹੈ ਇੱਕ ਇੱਕ ਦੇ ਦਿਓ ਜੀ ਇਹਨਾਂ ਨੂੰ। ਸੋ ਇਹ ਸਾਰੀ ਚੀਜ਼ ਹੈ ਇਸ ਕਰਕੇ ਪਰਸੋਂ ਅਸੀਂ ਇੱਕ ਕਾਨਫਰੰਸ ਕਰ ਰਹੇ ਹਾਂ ਤੁਹਾਡੇ ਅੰਮ੍ਰਿਤਸਰ ਸਾਹਿਬ ਵਿਖੇ ਸਾਡੇ ਅੰਮ੍ਰਿਤਸਰ ਸਾਹਿਬ ਵਿਖੇ ਕਿ ਅਸੀਂ ਲੋਕਾਂ ਨੂੰ ਜਗਾਉਣਾ ਹੈ ਕਿ ਸਿੱਖਾਂ ਦੀ ਗੱਲ ਅੱਜ ਇੰਡੀਆ ਦੇ ਵਿੱਚ ਬਿਲਕੁਲ ਮੁੱਕ ਚੁੱਕੀ ਹੈ। ਇੱਥੇ ਰਹਿਣਾ ਸਿੱਖ ਦੇ ਲਈ ਹਰਾਮ ਹੈ ਤੇ ਸਾਨੂੰ ਅਲੱਗਾ ਹੋਣਾ ਅੱਜ ਬਹੁਤ ਜ਼ਰੂਰੀ ਹੈ। ਇਹ ਪੱਖਾਂ ਤੇ ਮੈਂ ਦੱਸ ਰਹੇ ਹਾਂ ਤੁਹਾਨੂੰ ਅੰਕੜੇ ਦੇ ਕੇ ਦੱਸ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੈ ਉਹ ਸਿੱਖ ਨਹੀਂ ਸਹਾਰ ਸਕੇ। ਹੁਣ ਅਨੰਦਪੁਰ ਸਾਹਿਬ ਜਿਹੜੇ ਸਾਡੇ ਤਖਤ ਸਾਹਿਬ ਹੈ ਉੱਥੇ ਵੀ ਡੇਰਾ ਸਰਸਾ ਵਾਲਿਆਂ ਨੇ ਸਿਗਰਟਾਂ ਪੀ ਕੇ ਸਿੱਟ ਦਿੱਤੀਆਂ। SGPC ਦੇ ਕੰਟਰੋਲ ਉੱਥੇ ਵੀ ਹੈ ਨਹੀਂ ਇੱਥੇ ਵੀ ਹੈ ਨਹੀਂਗਾ ਨਾ ਸਰਕਾਰ ਦਾ ਹੈਗਾ। ਤੇ ਜੇ ਅਸੀਂ ਇਹ ਸਿਗਰਟ ਸਿੱਟਣ ਦਾ ਕੇਸ ਵੀ FIR ਦਰਜ ਕਰਾ ਦਈਏ ਤੇ ਹਾਈ ਕੋਰਟ ਦੇ ਮਤਸਵੀ ਜੱਜ ਉਹ ਵੀ ਤਫਤੀਸ਼ ਨੂੰ ਰੱਦ ਕਰ ਦੇਣਗੇ। ਇੱਥੋਂ ਤੱਕ ਸਾਡਾ ਵਿਸ਼ਵਾਸ ਇਸ ਜੁਡੀਸ਼ਰੀ ਤੋਂ ਖਤਮ ਹੋ ਚੁੱਕਿਆ। ਠੀਕ ਹੈ ਇੱਥੋਂ ਲਾਹੌਰ ਕਿੰਨੀ ਦੂਰ ਹੈ 36 ਮੀਲ ਹੈ ਟਾਰੀ 36 ਮੀਲ ਨਾ ਟਾਰੀ 36 ਲਾਹੌਰ ਕਿੰਨੀ ਮੀਲ ਹੈ 13 ਕਿਲੋਮੀਟਰ ਹੈ 13 ਕਿਲੋਮੀਟਰ ਹਾਂ ਫਿਰ ਹੁਣ ਤੁਸੀਂ ਦੱਸੋ ਫੈਸਲਾ ਕਰਨ ਸਿੱਖ ਕਿ ਹੁਣ ਫਿਰ ਅਸੀਂ ਲਾਹੌਰ ਹਾਈ ਕੋਰਟ ਜਿਹੜੀ ਸਾਡੀ ਪੁਰਾਣੀ ਹਾਈ ਕੋਰਟ ਉੱਥੇ ਜਾਇਆ ਕਰੀਏ ਹੈ ਉੱਥੇ ਜਾਇਆ ਕਰੀਏ ਇਨਸਾਫ ਲੈਣ ਨੂੰ। ਪੁਰਾਣੀ ਹਾਈ ਕੋਰਟ ਤਾਂ ਸਾਡੀ ਉਹੀ ਹੈ ਹਰਿਆਣਾ ਤਾਂ ਇਹ ਪੰਜਾਬ ਤਾਂ ਨਵੀਂ ਬਣੀ ਹੈ ਪੁਰਾਣੀ ਹਾਈ ਕੋਰਟ ਤਾਂ ਲਾਹੌਰ ਹੈ। ਇਹ ਫੈਸਲਾ ਸੁਪਰੀਮ ਕੋਰਟ ਕਰੇ ਕਿ ਹੁਣ ਅਸੀਂ ਸਿੱਖ ਚੰਡੀਗੜ੍ਹ ਹਾਈ ਕੋਰਟ ਜਾਇਆ ਕਰੀਏ ਤਾਂ ਸਾਡੀ ਅਸਲੀ ਜਿਹੜੀ ਹਾਈ ਕੋਰਟ ਹੈ ਲਾਹੌਰ ਉੱਥੇ ਜਾਇਆ ਕਰੀਏ। ਮਾਨ ਸਾਹਿਬ ਪਹਿਲਾ ਸਵਾਲ ਤੇ ਇਹ ਹੈ ਵੀ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਲਿਵਿੰਗ ਗੁਰੂ ਮੰਨਦੇ ਆ ਕੋਰਟ ਦਾ ਫੈਸਲਾ ਤੇ ਇੱਕ ਇਨਸਾਨ ਦੇ ਕਤਲ ਲਈ ਅਸੀਂ ਉਹਨੂੰ ਉਮਰ ਕੈਦ ਜਾਂ ਉਹਨੂੰ ਫਾਂਸੀ ਦਿੰਦੇ ਆ ਤੇ ਇਹ ਕੱਲੀ 295 ਧਾਰਾ ਲਾ ਕੇ ਛੱਡਤਾ ਜਾਂਦਾ ਜਾਂ ਕਹਿਤਾ ਜਾਂਦਾ ਜੀ ਉਹ ਮੈਂਟਲੀ ਰਿਟਾਰਡ ਆ ਬੰਦਾ। ਜਿਵੇਂ ਹੁਣ ਕੇਸਗੜ੍ਹ ਸਾਹਿਬ ਦੇ ਵਿੱਚ ਜਿਹੜਾ ਵਾਕਿਆ ਹੋਇਆ ਠੀਕ ਹੈ ਸ਼੍ਰੋਮਣੀ ਕਮੇਟੀ ਉਸ ਤਰ੍ਹਾਂ ਤੇ ਕਹਿੰਦੀ ਸਾਡੀ ਸਿਕਿਉਰਿਟੀ ਬੜੀ ਤੇਜ਼ ਆ ਉੱਥੇ ਕਿੱਥੇ ਗਈ ਸੀ ਉਹ ਕਿਹਦੀ ਨਲਾਇਕੀ ਆ ਤੇ ਇਹਦੇ ਪਿੱਛੇ ਕਿਹਦਾ ਛੜਯੰਤਰ ਰਚਿਆ ਗਿਆ ਵੀ ਜਿਹੜਾ ਇਹ ਇਸ ਤਰ੍ਹਾਂ ਕੀਤਾ ਗਿਆ। ਇਹ ਤਾਂ ਜੀ ਇੰਡੀਅਨ ਸਟੇਟ SGPC ਨੂੰ ਬੈਕ ਕਰ ਰਹੀ ਹੈ। ਇਹ ਮਸੰਦ ਸਾਰੇ ਸੈਂਟਰ ਤੇ BJP ਕਾਂਗਰਸ ਨੇ ਖੜੇ ਕਰਤੇ ਹੈ ਨਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਸੰਦ ਫੜ ਕੇ ਬਾਟਿਆਂ 'ਚ ਫੂਕਤੇ ਸੀਗੇ। ਅੱਜ ਅਸੀਂ ਫੂਕ ਨਹੀਂ ਸਕਦੇ ਸਾਡੇ ਕੋਲੇ ਵੋਟ ਹੈ। ਅਸੀਂ ਕਹਿੰਦੇ ਹਾਂ 10 ਸਾਲ ਹੋ ਗਏ ਹੈ ਵੋਟ ਨਹੀਂ ਪਈ ਸਾਡੀ ਵੋਟ ਤਾਂ ਪਾਓ ਅਸੀਂ ਆਪਣੀ ਪਾਰਲੀਮੈਂਟ ਨੂੰ ਹਰਾ ਕਰੀਏ ਵਧੀਆ ਕਰੀਏ ਜਿਹਦੇ ਨਾਲ ਸਾਨੂੰ ਇਨਸਾਫ ਮਿਲੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਇਨਵੈਸਟੀਗੇਸ਼ਨ ਰੱਦ ਕਰ ਦੇਣੀ ਸਾਗਵਾਨ ਨੇ ਇਹ ਤਾਂ ਬਹੁਤ ਜ਼ੁਲਮ ਹੈ ਸਿੱਖ ਕੌਮ ਦੇ ਉੱਤੇ। ਦਿੱਲੀ ਕਮੇਟੀ ਦੀ ਇਲੈਕਸ਼ਨ ਵੀ ਹਰ 5 ਸਾਲ ਬਾਅਦ ਹੋ ਜਾਂਦੀ ਹੈ ਜੀ ਸ਼੍ਰੋਮਣੀ ਕਮੇਟੀ ਦੇ ਲੇਟ ਹੋਣ ਦਾ ਕੀ ਕਾਰਨ ਹੈ ਕਿ ਸਰਕਾਰਾਂ ਮਿਲੀਆਂ ਨੇ ਨਾਲ ਜਾਂ ਕੀ ਚੱਕਰ ਉਹ ਸਿੱਖਾਂ ਦੀ ਪਾਰਲੀਮੈਂਟ ਨੂੰ ਚਾਹੁੰਦੀਆਂ ਹੀ ਨਹੀਂ ਜੀ। ਹੁਣ ਸਿੱਖਾਂ ਦੀ ਪਾਰਲੀਮੈਂਟ ਉਹਨਾਂ ਨੂੰ ਰੜਕਦੀ ਹੈ ਕਿ ਉੱਥੇ ਇਹ ਸਵਾਲ ਇਹੋ ਜਿਹੇ ਉਠਾ ਦਿੰਦੇ ਹੈ ਤੇ ਲੋਕਾਂ ਦੀ ਮੱਤ ਉਸ SGPC ਦੇ ਵਿੱਚ ਪਹੁੰਚੀ ਹੁੰਦੀ ਹੈ ਤੇ ਸਿੱਖਾਂ ਤੇ ਇਤਬਾਰ ਖਤਮ ਹੋ ਗਿਆ। ਇਸ ਕਰਕੇ ਪਾਰਲੀਮੈਂਟ ਨੂੰ ਸਾਡੀ ਨੂੰ ਇਹ ਹਿੰਦੂ ਰਾਸ਼ਟਰ ਰੱਦ ਕਰਨਾ ਚਾਹੁੰਦਾ। ਹੁਣ ਤਾਲਿਬਾਨ ਤੇ RSS BJP ਦੇ ਵਿੱਚ ਕੋਈ ਫਰਕ ਨਹੀਂ ਹੈ ਦੋਨੋਂ ਇੱਕੋ ਜਿਹੀਆਂ ਜਥੇਬੰਦੀਆਂ ਹੈਗੀਆਂ
ਔਰ ਤਾਲਿਬਾਨ ਦੇ ਆਉਣ ਦੇ ਨਾਲ ਇਹਨਾਂ ਦੇ ਸਿੰਘ ਫਸ ਗਏ ਹੈ। ਮੈਂ ਸਮਝਦਾ ਕਿ ਜੇ ਸਿੰਘ ਤਾਲਿਬਾਨ ਦੇ ਨਾਲ ਫਸ ਗਏ ਹੈ, ਸਾਨੂੰ ਸਿੱਖਾਂ ਨੂੰ ਕੁਛ ਨਾ ਕੁਛ ਰਾਹਤ ਮਿਲ ਸਕਦੀ ਹੈ। ਇਹ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਤੁਸੀਂ ਇੱਕ ਗੱਲ ਕਹੀ ਸੀ ਬੜੀ ਵਧੀਆ ਵੀ ਸਟੇਟ ਗਵਰਨਮੈਂਟ ਜਿਹੜੀਆਂ ਖੁਦ ਵੀ ਜਿਹੜੀਆਂ ਨੇ ਉਹਨੂੰ ਕਾਨੂੰਨ ਨੂੰ ਰੱਦ ਕਰ ਸਕਦੀਆਂ ਨੇ, ਔਰ ਜੋ ਨਹੀਂ ਕੀਤਾ ਜਾ ਰਿਹਾ ਸਿਰਫ ਆਵਾਜ਼ ਹੀ ਉਠਾਈ ਦੇ ਰਹੇ ਵੀ ਕਾਨੂੰਨ ਰੱਦ ਨੇ। ਕਿ ਤੁਹਾਡੀ ਪਾਰਟੀ ਵੱਲੋਂ ਤੁਸੀਂ ਬਰਗਾੜੀ ਤੋਂ ਗ੍ਰਿਫਤਾਰੀਆਂ ਵੀ ਰੈਗੂਲਰ ਦੇ ਰਹੇ ਹੋ, ਤਾਂ ਇਹ ਡਿਮਾਂਡ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਰੱਖੀ ਜਾਏਗੀ ਵੀ ਸਟੇਟ ਗਵਰਨਮੈਂਟ ਰੱਦ ਖੁਦ ਕਿਉਂ ਨਹੀਂ ਕਰਦੀਆਂ ਜੇ ਉਹਦੇ ਵਿਰੁੱਧ? ਅਸੀਂ ਤੁਹਾਡੇ ਕੋਲੇ ਕਰਤੀ ਹੈ ਕਿ ਆਮ ਆਦਮੀ ਪਾਰਟੀ ਵੀ ਕਹਿੰਦੀ ਹੈ ਕਿ ਨਜਾਇਜ਼ ਹੈਗਾ, ਬਾਦਲ ਤਰੀਕੇ ਵੀ ਕਹਿੰਦੇ ਹੈ, ਕਾਂਗਰਸ ਵੀ ਕਹਿੰਦੀ ਹੈ, ਤੇ ਫਿਰ ਸਾਰਿਆਂ ਦੀ ਮੈਜੋਰਿਟੀ ਤਾਂ ਅਸੈਂਬਲੀ 'ਚ ਹੈ। ਕਿਉਂ ਨਹੀਂ ਸੈਸ਼ਨ ਬੁਲਾ ਕੇ ਇਸ ਨੂੰ ਰੱਦ ਕੀਤਾ ਜਾਂਦਾ? ਨਵਜੋਤ ਸਿੰਘ ਜੀ ਸਿੱਧੂ ਵੀ ਕਹਿੰਦੇ ਹੈ ਕਿ ਅਸੈਂਬਲੀ ਬੁਲਾਓ ਤੇ ਇਹਨਾਂ ਨੂੰ ਰੱਦ ਕਰੋ। ਕਾਂਗਰਸ ਦੇ ਵਿੱਚੋਂ ਵੀ ਆਵਾਜ਼ ਉੱਠ ਪਈ ਹੈ ਕਿ ਇਹ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਰੱਦ ਕੀਤਾ ਜਾਵੇ। ਅਸੀਂ ਸਿੱਧੂ ਸਾਹਿਬ ਦੇ ਹੱਕ 'ਚ ਨਹੀਂ, ਕਿਸੇ ਕਾਂਗਰਸ ਵਾਲੇ ਦੇ ਨਹੀਂ, ਪਰ ਉਹਨਾਂ ਦੇ ਕੋਲੇ ਹੁਣ ਕਾਂਗਰਸ ਪ੍ਰਧਾਨ ਦਾ ਅਹੁਦਾ ਹੈਗਾ, ਸੋ ਉਹਦੀ ਮਹੱਤਤਾ ਬਣ ਗਈ ਹੈ। ਜਦੋਂ ਕਾਂਗਰਸ ਦਾ ਪ੍ਰਧਾਨ ਕਹਿੰਦਾ ਕਿ ਰੱਦ ਕਰੋ, ਅਸੈਂਬਲੀ ਬੁਲਾਓ, ਕਿਉਂ ਨਹੀਂ ਹੋ ਰਹੀ? ਕੀ ਡਰ ਹੈ? ਜਿਹੜੀ ਅਨੰਦਪੁਰ ਸਾਹਿਬ ਘਟਨਾ ਹੋਈ ਬੇਅਦਬੀ ਦੇ ਦੋਸ਼ੀ ਜਦੋਂ ਕਾਬੂ ਆ ਗਿਆ, ਦੀ ਇਲਾਕੀ ਜ਼ਿੰਮੇਵਾਰੀ ਕਿਹਦੀ ਬਣਦੀ? ਜਥੇਦਾਰ ਦੀ, ਸ਼੍ਰੋਮਣੀ ਕਮੇਟੀ ਪ੍ਰਧਾਨ ਦੀ? ਇਹ ਤਾਂ ਜੀ SCPC ਦੀ ਬਣਦੀ ਹੈਗੀ ਹੈ, ਉੱਥੋਂ ਦੇ ਜਥੇਦਾਰ ਸਾਹਿਬ ਹੈਗੇ ਆ, ਉਹਨਾਂ ਦੀ। ਉਹ ਆਪਣੇ ਕਮਰੇ ਤੋਂ ਬਾਹਰ ਹੀ ਨਹੀਂ ਆਉਂਦੇ, ਕਦੇ ਆਉਂਦੇ ਨਹੀਂ, ਕਦੇ ਦੇਖਦੇ ਨਹੀਂ। ਜਿਹੜੀ ਇਹਨਾਂ ਦੀ ਟਾਸਕ ਫੋਰਸ ਹੈ ਉਹ ਸਾਨੂੰ ਤਾਂ 6 ਜੂਨ ਨੂੰ ਕੁੱਟ ਦਿੰਦੀ ਹੈ, ਬਸ ਖੜ ਦਿੰਦੀ ਹੈ। ਪਰ ਜਿਹੜੇ ਇਹ ਬੰਦੇ ਹੈਗੇ ਆ ਬਦਮਾਸ਼, ਇਹਨਾਂ ਨੂੰ ਕਿਉਂ ਨਹੀਂ ਫੜਦੀ ਹੈਗੀ? ਇਹ ਮਿਸ ਜਗੀਰ ਕੌਰ ਨੂੰ ਜ਼ਰੂਰ ਫੈਸਲਾ ਕਰਨਾ ਪਊਗਾ ਕਿ ਤੇਰੀ ਜਿਹੜੀ ਕਮੇਟੀ ਹੈ ਇਹ ਠੀਕ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ। ਤੁਸੀਂ ਅਲੈਦਗੀ ਦੀ ਗੱਲ ਕੀਤੀ ਹੈ, ਸਿੱਖਾਂ ਨਾਲ ਬੇਇਨਸਾਫੀ ਹੋ ਰਹੀ ਹੈ ਦੇਸ਼ ਦੇ ਵਿੱਚ। ਉਹ ਅਲੈਦਗੀ ਵਾਸਤੇ ਕਿਸ ਤਰ੍ਹਾਂ ਦਾ ਤਰੀਕਾ ਅਪਣਾਉਣਾ ਚਾਹੀਦਾ ਸਿੱਖਾਂ ਨੂੰ? ਡੈਮੋਕ੍ਰੇਟਿਕ, ਜਾਂ ਤੁਸੀਂ ਕਿਸ ਤਰ੍ਹਾਂ ਦਾ ਸਮਝਦੇ ਹੋ ਕਿ ਅਲੈਦਗੀ ਕਿਸ ਤਰ੍ਹਾਂ ਹੋ ਸਕਦੀ ਆ? ਅਸੀਂ ਤਾਂ ਸਾਥ ਸਾਹਿਬ ਹਮੇਸ਼ਾ ਜਮਹੂਰੀਅਤ ਪਸੰਦ ਤਰੀਕੇ ਦੇ ਨਾਲ ਅਲੱਗਾ ਹੋਣਾ ਚਾਹੁੰਦੇ ਹਾਂ, ਵੋਟ ਦੇ ਨਾਲ। ਹੁਣ ਵੀ ਮੈਂ ਕਲੀਅਰ ਕੀਤਾ ਹੈ ਕਿ ਵੋਟ ਦੇ ਨਾਲ ਸਾਡੀ SCPC ਦੇ ਇਲੈਕਸ਼ਨ ਕਰਾਓ, ਉੱਥੇ ਫੈਸਲਾ ਹੋਵੇ ਕਿ ਸਿੱਖ ਚਾਹੁੰਦੇ ਕੀ ਹੈ। ਇੰਨੀ ਬਰਬਾਦੀ ਤੋਂ ਬਾਅਦ ਅਜੇ ਦੇਖੋ 1984 ਦਾ ਸਾਨੂੰ ਇਨਸਾਫ ਨਹੀਂ ਮਿਲਿਆ। 1984 ਦੇ ਵਿੱਚ ਰਾਜੀਵ ਗਾਂਧੀ ਨੇ ਨਸਲਕੁਸ਼ੀ ਕੀਤੀ ਹੈ, ਉਹਦਾ ਇਨਸਾਫ ਨਹੀਂ ਮਿਲਿਆ। ਕਿਉਂ ਨਹੀਂ ਮਿਲਿਆ? ਕਿਉਂ ਕਰਕੇ ਸਟੇਟ ਹਿੰਦੂਤਵਾ ਨੇ ਕਿਹਾ, ਇੰਡੀਆ ਨੇ ਕਿਹਾ ਕਿ ਇਹ ਇੱਕ ਸਟੇਟ ਦਾ ਹੈਗਾ। ਸਟੇਟ ਕੋਈ ਵੀ ਚੀਜ਼ ਨੂੰ ਆਪਣੀ ਸਿਕਿਉਰਿਟੀ ਦੇ ਲਈ ਰੋਕ ਸਕਦੀ ਹੈ। ਇਹੀ ਗਵਰਨਮੈਂਟ ਆਫ ਇੰਡੀਆ ਨੇ ਸੁਪਰੀਮ ਕੋਰਟ ਨੂੰ ਜਵਾਬ ਦਿੱਤਾ ਹੈ ਕਿ ਜਿਹੜੀ ਸਾਡੀ ਨੈਸ਼ਨਲ ਸਿਕਿਉਰਿਟੀ ਹੈ, ਜੇ ਅਸੀਂ ਪੈਗਸਸ ਦੇ ਬਾਰੇ ਪੂਰਾ ਤੁਹਾਨੂੰ ਲਿਖ ਕੇ ਦਈਏ ਕਿ ਜਰਨਲਿਸਟ ਦੇ ਉੱਤੇ ਕਿਉਂ ਇਹ ਮਸ਼ੀਨਾਂ ਲਾਈਆਂ ਗਈਆਂ, ਕਿਉਂ ਸੁਣਿਆ ਜਾਂਦਾ ਹੈ, ਸਾਡੀ ਨੈਸ਼ਨਲ ਸਿਕਿਉਰਿਟੀ ਡੇਂਜਰ ਦੇ ਵਿੱਚ ਹੈ। ਹੁਣ ਮੈਂ ਪੁੱਛਦਾ ਹਾਂ ਕਿ ਕਨਸਟੀਟਿਊਸ਼ਨ ਉੱਚੀ ਹੈ ਕਿ ਨੈਸ਼ਨਲ ਸਿਕਿਉਰਿਟੀ ਉੱਚੀ ਹੈ? ਜੇ ਕਨਸਟੀਟਿਊਸ਼ਨ ਕਹਿੰਦੀ ਹੈ ਕਿ ਤੁਹਾਨੂੰ ਫਰੀडम ਆਫ ਸਪੀਚ ਦਾ ਹੱਕ ਹੈ, ਫਰੀडम ਆਫ ਐਕਸਪ੍ਰੈਸ਼ਨ ਦਾ ਹੱਕ ਹੈ, ਖਾਲਿਸਤਾਨ ਕਹਿਣ ਦਾ ਹੱਕ ਹੈ, ਕਾਨਫਰੰਸ ਕਰਨ ਦਾ ਹੱਕ ਹੈ, ਇਹ ਸਾਡੀ ਕਨਸਟੀਟਿਊਸ਼ਨ 19 ਦਫਾ ਤੇ 21 ਦਫਾ ਕਹਿੰਦੀ ਹੈ। ਤੇ ਫਿਰ ਨੈਸ਼ਨਲ ਸਿਕਿਉਰਿਟੀ ਉੱਤੋਂ ਦੀ ਕਿਵੇਂ ਆ ਗਈ ਕਿ ਜਿਹੜੀ ਤੁਹਾਡੇ ਟੈਲੀਫੋਨ ਲਾਉਣੇ ਹੈ ਇਹ ਕਿਵੇਂ ਜਾਇਜ਼ ਹੈ? ਸਾਡਾ ਉਹ ਅਖਬਾਰ ਹੈਗਾ ਕਿਹੜਾ, ਇਹ ਪਹਿਰੇਦਾਰ, ਉਹ ਐਡੀਟਰ ਦੇ ਉੱਤੇ ਲਾਤਾ ਇਹ ਜੰਤਰ ਜਿਹਾ। ਇਹ ਤਾਂ ਮੇਰਾ ਮਤਲਬ ਬਿਲਕੁਲ ਤੁਸੀਂ ਡਿਕਟੇਟਰਸ਼ਿਪ ਵੱਲ ਜਾ ਰਹੇ ਹੋ। ਹੁਣ ਜੇ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਆ ਗਈ ਹੈ, ਹੁਣ
ਸੈਂਟਰ ਦਾ ਹੈ ਕਿ ਅਸੀਂ ਆਪਣੀ ਇੰਟੈਲੀਜੈਂਸ ਬਹੁਤ ਤੇਜ਼ ਕਰ ਦੇਣੀ ਹੈ। ਅੱਛਾ ਜੀ, ਤੇਜ਼ ਕਰ ਦੇਣੀ ਹੈ, ਫਿਰ ਇਹਨਾਂ ਨੂੰ ਪਤਾ ਕਿਉਂ ਨਹੀਂ ਲੱਗਿਆ ਕਿ 2020 ਦੇ ਵਿੱਚ ਚੀਨ ਦੀ ਫੌਜ ਲੱਦਾਖ ਦੇ ਉੱਤੇ ਇਕੱਠੀ ਹੋ ਗਈ ਹੈ ਤੇ ਮਈ ਦੇ ਵਿੱਚ ਉਹਨਾਂ ਨੇ ਹਮਲਾ ਕਰਤਾ। ਇਹਨਾਂ ਦੀ ਇੰਟੈਲੀਜੈਂਸ ਰॉ ਤੇ ਆਈਬੀ ਕਿੱਥੇ ਸੀਗੀ? ਇਹਨਾਂ ਦਾ ਹੋਮ ਸੈਕਟਰੀ ਕਿੱਥੇ ਸੀਗਾ? ਜਦ ਕਿ ਉਹਨਾਂ ਦੀ ਟਰਮ ਖਤਮ ਹੋ ਚੁੱਕੀ ਹੈ। ਰॉ ਦਾ ਜਿਹੜਾ ਡਾਇਰੈਕਟਰ ਹੈ, ਆਈਬੀ ਦਾ ਡਾਇਰੈਕਟਰ ਹੈ, ਹੋਮ ਸੈਕਟਰੀ ਹੈ ਯੂਨੀਅਨ, ਉਹਨਾਂ ਦੀ ਨੌਕਰੀ ਖਤਮ ਹੋ ਚੁੱਕੀ ਹੈ। ਉਹਨਾਂ ਨੂੰ 2-2 ਸਾਲ ਵਧਾਤਾ। ਇਹਦਾ ਮਤਲਬ ਹੈ ਕਿ ਜਿਹੜਾ ਫੇਲੀਅਰ ਹੋਵੇ ਉਸ ਦੇ ਵਿੱਚ ਜੇ ਤੁਸੀਂ ਹਿੰਦੁੱਤਵਾ ਦੇ ਨਾਲ ਹੋਵੋਗੇ ਫਿਰ ਤੁਹਾਨੂੰ ਕੋਈ ਖਤਰਾ ਨਹੀਂ, ਤੁਸੀਂ 2 ਸਾਲ ਹੋਰ ਨੌਕਰੀ ਕਰ ਸਕਦੇ ਹੋ। ਠੀਕ ਹੈ। ਪਰਸੋਂ ਜਿਹੜਾ ਅੰਮ੍ਰਿਤਸਰ ਦੇ ਤੁਸੀਂ ਦੱਸ ਰਹੇ ਕੋਈ ਪ੍ਰੋਗਰਾਮ ਕੀ ਹੈਗਾ ਜੀ, ਉਹਦੀ ਡਿਟੇਲ ਦੱਸ ਦਿਓ। ਡਿਟੇਲ ਤਾਂ ਤੁਸੀਂ ਆ ਕੇ ਦੇਖ ਲਿਓ। ਉੱਥੇ ਹੁਣ ਆਪਾਂ ਸਪੀਚਾਂ ਕਰਾਂਗੇ, ਲੋਕ ਆਉਣਗੇ, ਵੱਡੇ ਵੱਡੇ ਬੰਦੇ। ਕਿਹੜੀ ਜਗ੍ਹਾ ਤੇ ਹੋਏਗਾ ਜੀ? ਹਾਂਜੀ, ਕਿਹੜੀ ਜਗ੍ਹਾ ਤੇ? ਆਹ ਦਰਬਾਰ ਸਾਹਿਬ ਦੇ ਨਾਲ ਸਰਾਂ ਵਾਲੇ ਪਾਸੇ ਆ ਜਿਓ, ਜ਼ਰੂਰ ਤੁਹਾਡੇ ਲਈ ਕੁਰਸੀਆਂ ਲਾ ਦਾਂਗੇ।